ਦਸਾਂਝ ਸਾਹਿਬ ਜੀ ਆਇਆਂ ਨੂੰ, ਗੁੱਡ ਮਾਰਨਿੰਗ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਬਾਬ ਦਸਾਂਝ ਜੀ ਤੇ ਸਾਂਝਾ ਪੰਜਾਬ ਰੇਡੀਓ ਤੇ ਟੈਲੀਵਿਜ਼ਨ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਦੀ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਆਦਾਬ ਤੇ ਨਮਸਕਾਰ ਜੀ। ਫਿਰ ਦੋਸਤੋ, ਅਸੀਂ ਤੁਹਾਡੇ ਨਾਲ ਕਰਾਂਗੇ ਕੁਝ ਗੱਲਾਂ ਬਾਤਾਂ ਤੇ ਜੇ ਤੁਸੀਂ ਵੀ ਚਾਹੁੰਦੇ ਹੋ ਸਾਡੇ ਨਾਲ ਆਪਣੀ ਗੱਲ ਸਾਂਝੀ ਕਰਨੀ ਤਾਂ ਤੁਸੀਂ ਸਟੂਡੀਓ ਲਾਈਨ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ, ਨੰਬਰ ਆ ਰਿਹਾ, ਤੁਸੀਂ ਫੋਨ ਕਰਕੇ ਸਾਡੇ ਨਾਲ ਜੁੜ ਸਕਦੇ ਹੋ। ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੋਵੇ ਤੇ ਅਸੀਂ ਕੋਸ਼ਿਸ਼ ਕਰਾਂਗੇ ਜਿੰਨੀ ਕੁ ਸਾਡੀ ਅਕਲ ਹੈ ਉਹਦੇ ਮੁਤਾਬਕ ਉਹਦਾ ਜਵਾਬ ਦੇ ਸਕੀਏ। ਸੁਰਖੀਆਂ ਸਾਡੀਆਂ ਤੇ ਸਾਰਾ ਜਿਹੜਾ ਨਿਊਜ਼ ਸੈਗਮੈਂਟ ਹੈ ਉਹਨੂੰ ਵਿਸ਼ੇਸ਼ ਤੌਰ ਤੇ ਸਹਿਯੋਗ ਦੇ ਰਹੇ ਨੇ ਜੀ ਸਵੀਟ ਮਹਿਲ ਤੇ ਨਾਲ ਟੀਮ ਦਸਾਂਝ ਤੇ ਸਵੀਟ ਮਹਿਲ ਦੇ ਸਹਿਯੋਗ ਦੇ ਨਾਲ ਦੇਖੋ ਅੱਜ ਦੀਆਂ ਬਿਲਕੁਲ ਤਾਜ਼ਾ ਤਰੀਨ ਸੁਰਖੀਆਂ। ਪੰਜਾਬ ਵਿੱਚ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ, ਪਰ ਇਸੇ ਦੌਰਾਨ ਕੋਲਾ, ਖਾਦ ਤੇ ਬਾਰਦਾਨੇ ਦਾ ਸੰਕਟ ਜਿਹੜਾ ਪੈਦਾ ਹੋ ਗਿਆ ਤੇ ਪੰਜਾਬ ਸਰਕਾਰ ਵੱਲੋਂ ਬਾਰ-ਬਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਬਿਜਲੀ ਦਾ ਸੰਕਟ ਜਿਹੜਾ ਹੈ ਪੰਜਾਬ ਦੇ ਵਿੱਚ ਖੜਾ ਹੋ ਸਕਦਾ ਹੈ। ਭਾਰਤ ਦੀ ਸਰਕਾਰ ਨੇ ਇੱਕ ਵਾਰ ਫੇਰ ਕਿਸਾਨ ਆਗੂਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਹੈ। ਕਿਸਾਨ ਜਥੇਬੰਦੀਆਂ ਨਾਲ ਗੱਲ ਕਰੇਗੀ ਪੰਜਾਬ ਦੀ ਸਰਕਾਰ, 3 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ। ਕਿਸਾਨ ਆਗੂਆਂ ਦਾ ਐਲਾਨ ਹੈ ਕਿ 23 ਅਕਤੂਬਰ ਨੂੰ ਅੰਮ੍ਰਿਤਸਰ ਦੇ ਵਿੱਚ ਅੰਬਾਨੀ, ਅਡਾਨੀ ਤੇ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਜਾਣਗੇ। ਪੰਜਾਬ ਕਾਂਗਰਸ ਪਾਰਟੀ ਦੇ ਇੰਚਾਰਜ ਹਰੀਸ਼ ਰਾਵਤ ਦਾ ਇਹ ਦਾਅਵਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਦੂਰੀਆਂ ਘੱਟ ਹੋ ਰਹੀਆਂ ਨੇ। ਚੰਡੀਗੜ੍ਹ ਦੇ ਵਿੱਚ ਸਾਬਕਾ ਵਿਦਿਆਰਥੀ ਆਗੂ ਗੁਰਲਾਲ ਬਰਾੜ ਦਾ ਗੋਲੀਆਂ ਮਾਰ ਕੇ ਕਤਲ। ਭਾਰਤ ਵਿੱਚ ਇਲਾਜ ਅਧੀਨ ਕਰੋਨਾ ਮਰੀਜ਼ਾਂ ਦੀ ਗਿਣਤੀ ਦਾ ਘਟਣਾ ਲਗਾਤਾਰ ਜਾਰੀ ਹੈ। ਉੱਤਰ ਪ੍ਰਦੇਸ਼ ਦੇ ਹਾਥਰਸ ਬਲਾਤਕਾਰ ਕਾਂਡ ਦੀ ਜਾਂਚ ਹੁਣ CBI ਕਰੇਗੀ ਤੇ ਮੋਹਾਲੀ ਦੀ ਪੁਲਿਸ ਨੇ IPL ਮੈਚਾਂ ਤੇ ਸੱਟਾ ਲਾਉਣ ਵਾਲੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸੋ ਇਹ ਸੁਰਖੀਆਂ ਸਨ ਬਾਬ ਦਸਾਂਝ ਜੀ ਤੇ ਹੁਣ ਆਪਾਂ ਕਰਾਂਗੇ ਗੱਲਬਾਤ ਦਾ ਸਿਲਸਿਲਾ ਸ਼ੁਰੂ। ਜੀ ਬਾਬ ਦਸਾਂਝ ਸਾਹਿਬ, ਜਿੱਥੇ ਕਿਸਾਨ ਅੰਦੋਲਨ ਦੇ ਨਾਲ ਠੀਕ ਹੈ ਕਿ ਆਪਣੀਆਂ ਮੰਗਾਂ ਲਈ ਅੰਦੋਲਨ ਰੱਖਣਾ ਚਾਹੀਦਾ, ਪਰ ਆਮ ਲੋਕਾਂ ਦਾ ਜਿਹੜਾ ਜਨ ਜੀਵਨ ਠੱਪ ਹੋਇਆ ਤੇ ਉਸ ਬਾਰੇ ਤੁਸੀਂ ਥੋੜ੍ਹੀ ਜਾਣਕਾਰੀ ਦਿਓ ਕਿ ਲੋਕਾਂ ਦਾ ਜਿਹੜਾ ਆਮ ਲੋਕ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਹੈ, ਉਹਨਾਂ ਨੂੰ ਸਪਲਾਈ ਨਹੀਂ ਮਿਲ ਰਹੀ। ਜੀ ਬਿਲਕੁਲ, ਤੁਸੀਂ ਜਿਹੜਾ ਸਵਾਲ ਹੈ ਇਹਦਾ ਮੈਂ ਜਵਾਬ ਦਿੰਦਾ ਤੁਹਾਨੂੰ। ਮੈਂ ਇੱਕ ਵਾਰ ਫਿਰ ਦੱਸਦਾ ਕਿ ਜਿਹੜੇ ਸਾਡੇ ਸਰੋਤਿਆਂ ਨੇ ਸਾਡੇ ਨਾਲ ਜੁੜਨਾ 905 458 4444 ਯਾਨੀ 9054584444 ਤੇ ਸਟੂਡੀਓ ਤੇ ਕਾਲ ਕਰਕੇ ਸਾਡੇ ਨਾਲ ਜੁੜ ਸਕਦੇ ਨੇ। ਬਾਬ ਦਸਾਂਝ ਜੀ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਹ ਆਮ ਬੰਦੇ ਦੇ ਮਨ ਦੇ ਵਿੱਚ ਵੀ ਸਵਾਲ ਕਈ ਵਾਰੀ ਪੈਦਾ ਹੋ ਜਾਂਦਾ ਹੈ ਵੀ ਸਾਡਾ ਇਹਦੇ 'ਚ ਕੀ ਕਸੂਰ ਹੈ ਕਿ ਬੰਦ ਦੇ ਨਾਂ ਦੇ ਉੱਤੇ ਰੇਲਾਂ ਜਾਮ ਕੀਤੀਆਂ ਗਈਆਂ, ਸੜਕਾਂ ਜਾਮ ਹੈ, ਆਵਾਜਾਈ ਨਹੀਂ ਹੈ, ਵੀ ਬੰਦ ਦੇ ਨਾਂ ਦੇ ਉੱਤੇ ਸਾਡੀ ਜਿਹੜੀ ਸਪਲਾਈ ਲਾਈਨ ਹੈ ਇੱਕ ਕਿਸਮ ਦੀ ਉਹ ਕੱਟੀ ਜਾਂਦੀ ਹੈ ਤੇ ਮੁਸ਼ਕਲ ਖੜੀ ਹੋ ਜਾਂਦੀ ਹੈ। ਆਮ ਬੰਦਾ ਇੱਦਾਂ ਕਈ ਵਾਰੀ ਸੋਚਦਾ ਹੈ। ਆਮ ਬੰਦਾ ਇਹ ਵੀ ਸੋਚਦਾ ਹੈ ਕਿ ਕਿਸਾਨ ਕਿਉਂ ਬੈਠੇ ਨੇ ਧਰਨੇ ਦੇ ਉੱਤੇ, ਕਿਉਂ, ਕਾਹਦੇ ਲਈ? ਵੀ ਕਿਸਾਨਾਂ ਦੀ ਪ੍ਰੋਬਲਮ ਹੈ, ਕਿਸਾਨ ਹੱਲ ਕਰਨ, ਸਾਡੀ ਤਾਂ ਕੋਈ ਪ੍ਰੋਬਲਮ ਨਹੀਂ। ਆਮ ਬੰਦਾ ਇੱਦਾਂ ਸੋਚਦਾ। ਪਰ ਜਦੋਂ ਤੁਸੀਂ ਰਿਐਲਿਟੀ ਦੇ ਵਿੱਚੋਂ ਜਾਂਦੇ ਹੋ ਤੇ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਇਹ ਜਿਹੜੀ ਕਿਸਾਨਾਂ ਵੱਲੋਂ ਐਜੀਟੇਸ਼ਨ ਲੜੀ ਜਾ ਰਹੀ ਹੈ, ਜਿਹੜਾ ਬੰਦਾ ਇਹ ਸੋਚ ਰਿਹਾ ਹੈ ਵੀ ਮੇਰੀ ਸਪਲਾਈ ਲਾਈਨ ਕੱਟੀ ਗਈ ਹੈ ਜਾਂ ਮੇਰਾ ਇਹਦੇ ਨਾਲ ਕੀ ਮਸਲਾ ਖੜਾ ਹੈ, ਕਿਸਾਨਾਂ ਦੀ ਲੜਾਈ ਹੈ, ਕਿਸਾਨ ਲੜਨ, ਸਾਨੂੰ ਕਿਉਂ ਪਰੇਸ਼ਾਨ ਕਰਦੇ ਆ, ਅਸਲ ਦੇ ਵਿੱਚ ਇਹ ਲੜਾਈ ਉਸ ਬੰਦੇ ਦੀ ਹੈ। ਇਹ ਗੱਲ ਜਿਹੜਾ ਤਾਂ ਜਾਗਰੂਕ ਨਾਗਰਿਕ ਹੈ ਜਾਂ ਸ਼ਹਿਰੀ ਹੈ ਉਹ ਤਾਂ ਸਮਝਦਾ ਜੀ। ਤੇ ਇਹਦੇ ਬੜੇ ਮੈਂ ਤੁਹਾਨੂੰ ਦੱਸਦਾ ਦਸਾਂਝ ਸਾਹਿਬ, ਗੱਲ ਤੁਹਾਨੂੰ ਮੈਂ ਦੱਸਦਾ, ਜੇ ਤੁਸੀਂ ਹੁਣ ਪੰਜਾਬ ਦਾ ਗੇੜਾ ਮਾਰੋ ਨਾ ਤੇ ਇਹ ਗੱਲ ਲੋਕਾਂ ਨੂੰ ਸਮਝ ਆ ਰਹੀ ਹੈ ਕਿ ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਹੈਗੀ, ਇਹ ਸਾਡੀ ਵੀ ਲੜਾਈ ਹੈ। ਇਹਦਾ ਪ੍ਰਮਾਣ ਕਿੱਥੋਂ ਮਿਲਦਾ? ਇਹਦਾ ਪ੍ਰਮਾਣ ਇੱਥੋਂ ਮਿਲਦਾ ਜੇ ਤੁਸੀਂ ਆਓ ਹੁਣ ਪੰਜਾਬ ਤੇ ਗੇੜਾ ਮਾਰੋ, ਜਿਹੜੇ ਟੋਲ ਪਲਾਜ਼ਿਆਂ ਦੇ ਉੱਤੇ ਧਰਨੇ ਲਾ ਕੇ ਬੈਠੇ ਨੇ ਕਿਸਾਨ, ਬਈ ਜਦੋਂ ਅਸੀਂ ਰੋਡ ਟੈਕਸ ਦੇ ਦਿੱਤਾ, ਲਾਈਫ ਟਾਈਮ ਰੋਡ ਟੈਕਸ ਦੇ ਦਿੱਤਾ, ਜਦੋਂ ਅਸੀਂ ਗੱਡੀ ਲੈਂਦੇ ਹਾਂ ਸਾਡਾ ਲਾਈਫ ਟਾਈਮ ਜਿਹੜਾ ਰੋਡ ਟੈਕਸ ਚਲਾ ਜਾਂਦਾ, ਫਿਰ ਇਹ 4-4 5-5 ਜਿਹੜੇ ਆ ਟੋਲ ਪਲਾਜ਼ੇ ਕਿਉਂ ਇੱਕੋ ਸੜਕ ਦੇ ਉੱਤੇ? ਮਿਸਾਲ ਦੇ ਤੌਰ ਤੇ ਚੰਡੀਗੜ੍ਹ ਤੋਂ ਤੁਸੀਂ ਜਾਣਾ ਆ ਅੰਮ੍ਰਿਤਸਰ ਨੂੰ, ਤੁਹਾਨੂੰ ਰਾਹ 'ਚ 5 ਟੋਲ ਪਲਾਜ਼ੇ ਮਿਲਣਗੇ। ਮਤਲਬ ਜਿਹੜਾ ਆਪਣੀ ਕਾਰ ਤੇ ਜਾ ਰਿਹਾ ਉਹ ਆਉਣ ਜਾਣੇ ਉਹਦਾ ਜਿਹੜਾ ਆ 1000 ਰੁਪਏ ਟੋਲ ਪਲਾਜ਼ੇ ਤੇ ਲੱਗ ਜਾਣਾ। ਪਰ ਜਦੋਂ ਤੁਸੀਂ ਹੁਣ ਜਾਓਗੇ ਤਾਂ ਤੁਸੀਂ ਦੇਖੋਗੇ ਕਿ ਇਹ ਬੰਦੇ ਜਿਹੜੇ ਆ ਉਹ ਸਮਝ ਰਹੇ ਆ, ਆਮ ਬੰਦਾ ਸਮਝ ਰਿਹਾ ਵੀ ਇਹ ਲੜਾਈ ਕਿਸਾਨਾਂ ਦੀ ਇਕੱਲਿਆਂ ਦੀ ਨਹੀਂ ਹੈ, ਸਾਡੀ ਵੀ ਹੈ। ਟੋਲ ਪਲਾਜ਼ਿਆਂ ਤੇ ਜਿਹੜੇ ਕਿਸਾਨਾਂ ਨੇ ਧਰਨੇ ਲਾਏ ਹੋਏ ਆ, ਜਿਹੜੇ ਲੋਕ ਉੱਥੋਂ ਟੋਲ ਪਲਾਜ਼ਿਆਂ ਤੋਂ ਲੰਘਦੇ ਆ ਬਿਨਾਂ ਪਰਚੀ ਤੋਂ ਲੰਘਦੇ, ਹੁਣ ਤਾਂ ਕੋਈ ਪੈਸਾ ਨਹੀਂ ਦਿੰਦੇ ਕਿਉਂਕਿ ਕਿਸਾਨਾਂ ਨੇ ਧਰਨੇ ਲਾਏ, ਇੱਕ ਪਾਸਾ ਛੱਡਿਆ ਵੀ ਲੋਕ ਲੰਘੀ ਜਾਣ।
ਇੱਕ ਪਾਸੇ ਧਰਨਾ ਲਾਇਆ ਹੋਇਆ, ਸਾਰੀ ਸੜਕ ਨਹੀਂ ਬੰਦ ਕੀਤੀ ਟੋਲ ਪਲਾਜ਼ੇ ਦੇ ਉੱਤੇ ਕਿਸਾਨਾਂ ਨੇ, ਇੱਕ ਹਿੱਸਾ ਬੰਦ ਕੀਤਾ ਹੈ ਟੋਲ ਪਲਾਜ਼ਾ ਦਾ, ਉੱਥੋਂ ਦੇ ਟੋਲ ਪਲਾਜ਼ੇ ਦੇ ਜਿਹੜੇ ਸਰਕਾਰ ਅਧਿਕਾਰੀ ਆ, ਅਫਸਰ ਹੈ ਜਾਂ ਮੁਲਾਜ਼ਮ ਆ, ਛੱਡ ਕੇ ਟੋਲ ਪਲਾਜ਼ੇ ਭੱਜ ਗਏ। ਤੇ ਇੱਕ ਪਾਸੋਂ ਲੰਘ ਰਹੀਆਂ ਗੱਡੀਆਂ, ਉਹ ਜਿਹੜੀਆਂ ਗੱਡੀਆਂ ਲੰਘ ਰਹੀਆਂ ਉਹ ਕਿਸਾਨਾਂ ਕੋਲ ਰੁਕ ਕੇ ਕੋਈ 100 ਰੁਪਈਆ ਦੇ ਕੇ ਜਾ ਰਿਹਾ, ਕੋਈ 50 ਰੁਪਈਏ ਦੇ ਕੇ ਜਾ ਰਿਹਾ, ਕੋਈ 10 ਰੁਪਈਏ ਦੇ ਕੇ ਜਾ ਰਿਹਾ, ਕੋਈ ਖਾਣੇ ਦਾ ਸਮਾਨ ਲੈ ਕੇ ਆ ਰਿਹਾ। ਉਹ ਕਿਉਂ ਕਰ ਰਹੇ ਇੱਦਾਂ? ਉਹ ਇਸ ਕਰਕੇ ਕਰ ਰਿਹਾ ਕਿ ਉਹਨਾਂ ਲੋਕਾਂ ਨੂੰ ਸਮਝ ਆਉਣੀ ਸ਼ੁਰੂ ਹੋ ਗਈ ਹੈ, ਇਹ ਕਿਸਾਨ ਜਿਹੜੇ ਲੜ ਰਹੇ ਹੈ ਇਹ ਕੇਵਲ ਆਪਣੇ ਲਈ ਨਹੀਂ ਲੜ ਰਹੇ, ਸਾਡੇ ਲਈ ਵੀ ਲੜ ਰਹੇ। ਕਿਉਂਕਿ ਜਿਹੜੀ ਕਿਸਾਨ ਦੀ ਜਿਣਸ ਜਿਹੜੀ ਹੈ, ਜੇ ਘੱਟ ਕੀਮਤ ਤੇ ਵਿਕਣੀ ਹੈ, ਉਹ ਘੱਟ ਕੀਮਤ ਤੇ ਜਾਂ ਬੋਲੀ ਲਾ ਕੇ ਜਿਹੜੀ ਕਾਰਪੋਰੇਟ ਨੇ ਜਾਂ ਜਿਹੜੇ ਵੱਡੇ ਅਦਾਰੇ ਆ, ਵਪਾਰੀ, ਉਹਨਾਂ ਨੇ ਖਰੀਦਣੀ ਹੈ, ਉਹ ਘੱਟ ਕੀਮਤ ਤੇ ਖਰੀਦ ਕੇ ਵੇਚਣੀ ਜਿਹੜੀ ਆ, ਉਹਨਾਂ ਨੇ 100 ਗੁਣਾ ਜ਼ਿਆਦਾ ਕੀਮਤ ਤੇ ਹੈ। ਉਹ ਵੇਚਣੀ ਕਿਹਨੂੰ ਆ? ਵੇਚਣੀ ਕਿਸਾਨ ਨੇ ਵੀ ਜਾ ਕੇ ਖਰੀਦਣੀ ਆ, ਪਰ ਕਿਸਾਨ ਤੋਂ ਬਿਨਾਂ ਵੀ ਤਾਂ ਦੁਨੀਆ ਹੈ ਨਾ, ਉੱਥੇ ਜਾ ਕੇ ਆਮ ਬੰਦੇ ਨੇ ਵੀ ਖਰੀਦਣੀ ਹੈ। ਉਹ ਜਿਹੜਾ ਆਮ ਬੰਦਾ ਖਰੀਦੇਗਾ, ਜਿਹੜੀ ਕਿਸਾਨ ਤੋਂ ਉਹਨੇ ਵਪਾਰੀ ਨੇ 2 ਰੁਪਏ ਦੀ ਚੀਜ਼ ਚੱਕੀ ਹੈ, ਜਦੋਂ ਵਪਾਰੀ ਵੇਚੇਗਾ 100 ਰੁਪਏ ਦੀ ਜਾ ਕੇ, ਤੇ 100 ਰੁਪਏ ਦੇ ਵਿੱਚ ਉਹ ਜਿਹੜਾ ਕਿਸਾਨ ਨੇ ਸ਼ਾਮ ਲਾਲ, ਰਾਮ ਲਾਲ, ਮਨੋਜ ਕੁਮਾਰ, ਸੁਸ਼ੀਲ ਕੁਮਾਰ, ਸਾਨੂੰ ਤਾਂ 100 ਰੁਪਏ ਦੀ ਮਿਲਣੀ, ਮੈਂ ਕਿਸਾਨ ਨਹੀਂ ਹੈਗਾ ਜੀ, ਮੈਨੂੰ 2 ਜੀ ਪੂਰਨ ਸਾਂਝਾ ਵਿਆਜ ਦੇ ਵਿੱਚ ਸਾਡੀ ਲਾਈਨ ਜੀ। ਹਾਂਜੀ ਦਸਾਂਝ ਸਾਹਿਬ, ਆਵਾਜ਼ ਆਉਂਦੀ ਮੇਰੀ? ਜੀ ਹਾਂਜੀ। ਮਤਲਬ ਇਹ ਲੜਾਈ ਆਮ ਬੰਦੇ ਦੀ ਆ, ਤੇ ਪੰਜਾਬ ਦਾ ਆਮ ਬੰਦਾ ਇਹ ਗੱਲ ਹੁਣ ਸਮਝਣ ਲੱਗ ਪਿਆ। ਇਸੇ ਕਰਕੇ ਮੈਂ ਤੁਹਾਨੂੰ ਇੱਕ ਪ੍ਰਮਾਣ ਦੇ ਤੌਰ ਤੇ ਦੱਸਿਆ ਵੀ ਲੋਕ ਆਪ ਮੁਹਾਰੇ ਆ ਕੇ ਕਿਸਾਨਾਂ ਦੀ ਐਜੀਟੇਸ਼ਨ ਦੇ ਵਿੱਚ ਉਹਨਾਂ ਦੀ ਮਦਦ ਕਰ ਰਹੇ ਆ, ਲੰਗਰ ਲਾ ਰਹੇ ਆ, ਗੁਰੂ ਘਰਾਂ ਤੋਂ ਲੰਗਰ ਆ ਰਿਹਾ, ਥਾਂ ਥਾਂ ਦੇ ਉੱਤੇ ਕਿਸਾਨਾਂ ਲਈ ਲੰਗਰ ਲਾਏ ਹੋਏ ਆ, ਥਾਂ ਥਾਂ ਦੇ ਉੱਤੇ ਲੋਕ ਜਿਹੜੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਿੰਡਾਂ ਤੋਂ ਉੱਠ ਕੇ ਆ ਕੇ ਉਹਨਾਂ ਦੇ ਧਰਨਿਆਂ 'ਚ ਆ ਕੇ ਉਹਨਾਂ ਦੀ ਮਦਦ ਕਰਦੇ ਆ, ਉਹਨਾਂ ਨੂੰ ਪਾਣੀ ਪਿਆਉਂਦੇ ਆ, ਉਹਨਾਂ ਲਈ ਲੰਗਰ ਦਾ ਪ੍ਰਬੰਧ ਕਰਦੇ ਆ। ਸੋ ਮੈਨੂੰ ਲੱਗਦਾ ਹੈ ਕਿ ਇਹ ਸਵਾਲ ਬੜਾ ਵਾਜਬ ਹੈ, ਕਿਉਂਕਿ ਸਧਾਰਨ ਬੰਦੇ ਦੇ ਮਨ 'ਚ ਆ ਜਾਂਦਾ ਹੈ, ਪਰ ਸਧਾਰਨ ਬੰਦਾ ਹੁਣ ਘੱਟੋ ਘੱਟ ਪੰਜਾਬ ਦਾ ਸਮਝਣ ਲੱਗ ਪਿਆ। ਇਸੇ ਕਰਕੇ 18 ਦਿਨ ਤੋਂ ਇਹ ਐਜੀਟੇਸ਼ਨ ਚੱਲ ਰਹੀ ਹੈ। ਨਹੀਂ ਤਾਂ ਕਈ ਵਾਰੀ ਹੁੰਦਾ ਕਿ ਐਜੀਟੇਸ਼ਨ ਲੰਬੀ ਹੋ ਜਾਵੇ, ਲੋਕ ਅੱਕ ਜਾਂਦੇ ਆ, ਉਹਦੇ ਪੈਰਲਲ ਲੜਾਈ ਸ਼ੁਰੂ ਹੋ ਜਾਂਦੀ ਹੈ, ਕਈ ਵਾਰੀ ਪੈਰਲਲ ਮੁਜ਼ਾਹਰੇ ਹੋਣੇ ਸ਼ੁਰੂ ਹੋ ਜਾਂਦੇ ਆ, ਟਕਰਾਅ ਹੋਣੇ ਸ਼ੁਰੂ ਹੋ ਜਾਂਦੇ ਆ ਵੀ ਕੀ ਤੁਸੀਂ ਕਰੀ ਜਾਂਦੇ ਆ ਯਾਰ, ਸਾਡੀ ਜ਼ਿੰਦਗੀ ਕਿਉਂ ਰੋਕੀ ਹੋਈ ਹੈ। ਇਹ ਹੋਣ ਦੀ ਥਾਂ ਦੇ ਉੱਤੇ ਸਗੋਂ ਲੋਕ ਇਸ ਲੜਾਈ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਆ। ਇਹੀ ਇਸ ਲੜਾਈ ਦੀ ਸਫਲਤਾ ਦੀ ਗਰੰਟੀ ਬਣਨਾ ਹੈ ਜੀ। 23 ਤਰੀਕ ਨੂੰ ਕੁਝ ਅੰਮ੍ਰਿਤਸਰ ਦੇ ਵਿੱਚ ਕੋਈ ਹੋਰ ਅੰਦੋਲਨ ਨੂੰ ਕੋਈ ਨਵਾਂ ਰਾਹ ਦਿੱਤਾ ਜਾਣ ਵਾਲਾ ਹੈ? ਦੇਖੋ, ਲੜਾਈ ਵੱਡੇ ਪੱਧਰ ਤੇ ਲੜੀ ਜਾ ਰਹੀ ਹੈ, ਤੇ ਕੁਝ ਜਿਹੜੀਆਂ ਜਥੇਬੰਦੀਆਂ ਆ ਉਹ 30 ਜਥੇਬੰਦੀਆਂ 'ਚ ਸ਼ਾਮਲ ਨੇ, ਉਹ ਸਾਰੀਆਂ ਜਥੇਬੰਦੀਆਂ, ਪਰ ਕੁਝ ਜਥੇਬੰਦੀਆਂ ਜਿਹੜੀਆਂ ਆ ਲੋਕਲ ਲੈਵਲ ਦੇ ਉੱਤੇ, ਡਿਸਟ੍ਰਿਕਟ ਲੈਵਲ ਦੇ ਉੱਤੇ ਆਪਣੇ ਆਪਣੇ ਪ੍ਰੋਗਰਾਮ ਵੀ ਡਿਜ਼ਾਈਨ ਕਰਦੀਆਂ। ਇਸੇ ਕਰਕੇ ਜਿਹੜਾ ਦੇਵੀਦਾਸਪੁਰਾ ਜਿਹੜਾ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਏਰੀਆ, ਜਿੱਥੇ ਰੇਲਵੇ ਫਾਟਕ ਦੇ ਉੱਤੇ ਪਿਛਲੇ 18 ਦਿਨ ਤੋਂ ਲਗਾਤਾਰ ਧਰਨੇ ਤੇ ਬੈਠੇ ਆ ਕਿਰਤੀ ਕਿਸਾਨ ਸੰਘਰਸ਼ ਕਮੇਟੀ ਵਾਲੇ। ਕਿਸਾਨ ਕਿਰਤੀ ਸੰਘਰਸ਼ ਕਮੇਟੀ ਜਿਹੜੀ ਆ ਉੱਥੇ ਲਗਾਤਾਰ 18 ਦਿਨ ਤੋਂ ਉੱਥੇ ਰੇਲ ਰੋਕ ਕੇ ਬੈਠੀ ਹੈ। ਉਹਨਾਂ ਨੇ ਤੰਬੂ ਗੱਡੇ ਹੋਏ ਆਪਣੇ। ਉਹਨਾਂ ਨੇ ਕਿਹਾ ਕਿ ਬਾਕੀ ਜਿਹੜੀਆਂ ਨੈਸ਼ਨਲ ਲੈਵਲ ਤੇ ਜਾਂ ਸਟੇਟ ਲੈਵਲ ਤੇ ਕਾਲਸ ਆਉਣਗੀਆਂ 30 ਕਿਸਾਨ ਜਥੇਬੰਦੀਆਂ ਵੱਲੋਂ, ਉਹ ਤਾਂ ਅਸੀਂ ਕਾਲ ਜਿਹੜੀ ਆ ਆਏਗੀ ਉਹਨੂੰ ਪੂਰੀ ਤਨਦੇਹੀ ਨਾਲ ਅਸੀਂ ਪੂਰਾ ਕਰਾਂਗੇ, ਚਾਹੇ ਉਹ ਦਿੱਲੀ ਜਾਣ ਦਾ ਸੱਦਾ ਦੇਣ, ਚਾਹੇ ਕਿਤੇ ਧਰਨਾ ਮੁਜ਼ਾਹਰਾ ਸਟੇਟ ਲੈਵਲ ਦਾ ਲਾਉਣਾ ਜਾਂ ਗ੍ਰਿਫਤਾਰੀਆਂ ਦੇਣੀਆਂ, ਉਹ ਕਰਨਗੇ। ਪਰ ਉਹਨਾਂ ਨੇ ਆਪਣੇ ਲੈਵਲ ਤੇ ਵੀ ਕੁਝ ਜਿਹੜੇ ਪ੍ਰੋਗਰਾਮ ਡਿਜ਼ਾਈਨ ਕੀਤੇ ਆ। ਉਹ ਪ੍ਰੋਗਰਾਮ 23 ਨੂੰ ਇੱਕ ਵੱਖਰਾ ਕਰ ਰਿਹਾ ਹੈ, 23 ਅਕਤੂਬਰ ਨੂੰ ਕਹਿ ਰਿਹਾ ਹੈ ਕਿ ਅਸੀਂ ਇੱਥੇ ਅੰਬਾਨੀ, ਅਡਾਨੀ ਤੇ ਨਰਿੰਦਰ ਮੋਦੀ ਦੇ ਪੁਤਲੇ ਫੂਕਣੇ ਆ। ਦੱਸਣਾ ਉਹ ਇਹ ਚਾਹੁੰਦੇ ਆ ਕਿ ਇਹ ਸਰਕਾਰ ਜਿਹੜੀ ਨਰਿੰਦਰ ਮੋਦੀ ਦੀ ਹੈ, ਇਹ ਸਰਕਾਰ ਲੋਕਾਂ ਦੀ ਸਰਕਾਰ ਨਹੀਂ ਹੈ, ਇਹ ਸਰਕਾਰ ਅੰਬਾਨੀਆਂ ਤੇ ਅਡਾਨੀਆਂ ਦੇ ਹਿੱਤ ਪੂਰ ਰਹੀ ਹੈ। ਇਸ ਕਰਕੇ ਨਰਿੰਦਰ ਮੋਦੀ ਜਿਹੜੇ ਪ੍ਰਧਾਨ ਮੰਤਰੀ ਹੈ, ਕਿਉਂਕਿ ਪ੍ਰਧਾਨ ਮੰਤਰੀ ਉਹ ਜਿਹੜੇ ਆਰਡੀਨੈਂਸ ਲੈ ਕੇ ਆਏ ਨੇ, ਜਿਹੜੇ ਹੁਣ ਕਾਨੂੰਨ ਬਣ ਗਏ ਨੇ, ਤੇ ਉਹਨਾਂ ਦੀ ਸਿਫਾਰਿਸ਼ ਦੇ ਉੱਤੇ ਰਾਸ਼ਟਰਪਤੀ ਨੇ ਉੱਤੇ ਦਸਤਖਤ ਕਰਕੇ ਕਾਨੂੰਨ ਬਣਾਏ ਆ। ਇਸ ਕਰਕੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਨਾ ਪਏਗਾ, ਕਿਉਂਕਿ ਅਸੀਂ ਦੱਸਣਾ ਚਾਹੁੰਦੇ ਹਾਂ ਲੋਕਾਂ ਨੂੰ ਵੀ ਇਹ ਪ੍ਰਧਾਨ ਮੰਤਰੀ ਲਈ ਜ਼ਿੰਮੇਵਾਰ ਹੈ। ਪਰ ਪ੍ਰਧਾਨ ਮੰਤਰੀ ਤੋਂ ਇਹ ਦਸਤਖਤ ਕਰਵਾਏ ਕਿ ਨਹੀਂ, ਜਾਂ ਪ੍ਰਧਾਨ ਮੰਤਰੀ ਤੋਂ ਇਹ ਕਾਨੂੰਨ ਜਿਹੜੇ ਪਾਸ ਕਰਵਾਉਣ ਲਈ ਪ੍ਰਧਾਨ ਮੰਤਰੀ ਨੂੰ ਮਜਬੂਰ ਕਿਹਨੇ ਕੀਤਾ? ਉਹ ਹੈਗੇ ਕਾਰਪੋਰੇਟ, ਹਿੰਦੁਸਤਾਨ ਦੇ ਕਾਰਪੋਰੇਟ ਜਿਹੜੇ ਆ ਅਡਾਨੀ ਤੇ ਅੰਬਾਨੀ। ਸੋ ਇਸ ਕਰਕੇ ਅੰਬਾਨੀਆਂ ਤੇ ਅਡਾਨੀਆਂ ਦੇ ਵੀ ਪੁਤਲੇ ਫੂਕਣੇ ਆ। ਸੋ ਅੰਮ੍ਰਿਤਸਰ ਵਾਲਿਆਂ ਨੇ ਦੇਵੀਦਾਸਪੁਰਾ ਦੇ ਵਿੱਚ ਜਿਹੜੇ ਕਿਸਾਨ ਕਿਰਤੀ ਸੰਘਰਸ਼ ਕਮੇਟੀ ਵਾਲੇ ਆ, ਉਹਨਾਂ ਨੇ ਬਾਕੀ ਪੰਜਾਬ 'ਚ ਜਿਹੜੀ ਐਜੀਟੇਸ਼ਨ ਚੱਲ ਰਹੀ ਆ ਉਹਦੇ ਨਾਲ ਤਾਂ ਚੱਲਣਾ ਹੀ ਹੈ,
ਪਰ ਵੱਖਰੇ ਤੌਰ ਤੇ ਆਪਣੇ ਵੱਲੋਂ ਵੀ ਉਹਨਾਂ ਨੇ ਆਪਣਾ ਜਿਹੜਾ ਐਜੀਟੇਸ਼ਨ ਦਾ ਜਿਹੜਾ ਰੂਪ ਹੈ ਉਹਨੂੰ ਬਦਲ ਕੇ ਥੋੜਾ ਹੋਰ ਤਿੱਖਾ ਕਰਨ ਦੀ ਕੋਸ਼ਿਸ਼ ਕਰਦਿਆਂ 23 ਅਕਤੂਬਰ ਨੂੰ ਅੰਬਾਨੀ, ਅਡਾਨੀ ਤੇ ਨਰਿੰਦਰ ਮੋਦੀ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਜਿਹੜਾ ਹੈ ਛਾਇਆ ਕੀਤਾ ਹੈ ਜੀ। ਪ੍ਰੋਗਰਾਮ ਸਾਂਝਾ ਪੰਜਾਬ ਦੇ ਵਿੱਚ ਤੁਸੀਂ ਖਬਰਾਂ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਇਹਨਾਂ ਖਬਰਾਂ ਨੂੰ ਸਾਨੂੰ ਸਹਿਯੋਗ ਦੇ ਰਹੇ ਜਸ ਬਰਾੜ, ਜੋ ਕਿ ਰੀ ਸਟੇਟ ਦੇ ਵਿੱਚ ਨਾਮ ਬਰਨਾਮ ਹੈ ਜਸ ਬਰਾੜ ਦਾ। ਆਉਣੇ ਦਿਨਾਂ ਵਿੱਚ ਸਾਂਝਾ ਪੰਜਾਬ ਦੇ ਪ੍ਰੋਗਰਾਮ ਵੀ ਕਰਿਆ ਕਰਨਗੇ। 6472062320 647 206 2320 'ਤੇ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ। ਤਾਂ ਸਾਂਝ ਸਾਹਿਬ, ਹੁਣ ਗੱਲਬਾਤ ਕਰੀਏ ਕਿਸਾਨ ਅੰਦੋਲਨ ਦੀ। ਇਕੱਲੇ ਪੰਜਾਬ ਦੇ ਵਿੱਚ ਹੀ ਜ਼ਿਆਦਾ ਪੰਜਾਬ ਹਰਿਆਣੇ 'ਚ ਮੁਜ਼ਾਹਰੇ ਹੋ ਰਹੇ ਨੇ, ਬਾਕੀ ਦੇ ਵੀ ਸੂਬੇ ਨੇ। ਇਹ ਕਾਨੂੰਨ ਤਾਂ ਸਾਰੇ ਮੁਲਕ ਵਾਸਤੇ ਬਣਿਆ, ਪਰ ਬਾਕੀ ਦੇ ਸੂਬੇ ਕਿਉਂ ਚੁੱਪ ਨੇ? ਨਹੀਂ, ਇਦਾਂ ਦੀ ਗੱਲ ਨਹੀਂ ਹੈ। ਬਾਕੀ ਸੂਬਿਆਂ ਦੇ ਵਿੱਚ ਵੀ ਬੜਾ ਕੁਝ ਹੋ ਰਿਹਾ, ਪਰ ਕਈ ਵਾਰੀ ਇਹ ਵੀ ਮੀਡੀਆ ਜਿਹੜਾ ਸਾਡਾ ਮੁੱਖ ਧਾਰਾ ਦਾ ਉਹ ਚੀਜ਼ਾਂ ਦਿਖਾਉਂਦਾ ਨਹੀਂ। ਹੁਣ ਕੱਲ ਹੀ ਇੱਕ ਖਬਰ ਆਈ ਹੈ ਕਿ 35 ਕਿਸਾਨ ਜਥੇਬੰਦੀਆਂ, ਵੈਸੇ ਤਾਂ 250 ਕਿਸਾਨ ਜਥੇਬੰਦੀਆਂ ਸਾਰੇ ਦੇਸ਼ ਦੇ ਵਿੱਚ ਇਕੱਠੀਆਂ ਹੋਈਆਂ, ਆਪਣੇ ਆਪਣੇ ਲੈਵਲ ਤੇ ਉਹ ਕੰਮ ਕਰ ਰਹੀਆਂ ਜੀ, ਪਰ 35 ਕਿਸਾਨ ਜਥੇਬੰਦੀਆਂ 8 ਸਟੇਟਾਂ ਦੀਆਂ ਇਕੱਠੀਆਂ ਹੋਈਆਂ ਹਰਿਆਣੇ 'ਚ, ਕੁਰੂਕਸ਼ੇਤਰ 'ਚ। 35 ਕਿਸਾਨ ਜਥੇਬੰਦੀਆਂ ਨੇ ਕੁਰੂਕਸ਼ੇਤਰ 'ਚ 8 ਸੂਬਿਆਂ ਦੀਆਂ ਉਹ ਜਥੇਬੰਦੀਆਂ, ਜਿਹਦੇ 'ਚ ਪੰਜਾਬ ਵੀ ਸ਼ਾਮਲ ਸੀ। ਉਹ 'ਚ ਉੱਤਰਾਖੰਡ ਵੀ ਸੀ, ਉੱਤਰ ਪ੍ਰਦੇਸ਼ ਵੀ ਸੀ, ਦਿੱਲੀ ਵੀ ਸੀ, ਹਰਿਆਣਾ ਵੀ ਸੀ ਪੰਜਾਬ ਦੇ ਨਾਲ ਨਾਲ, ਤੇ ਉਹਦੇ ਨਾਲ ਨਾਲ ਮੱਧ ਪ੍ਰਦੇਸ਼ ਦੀ ਕਿਸਾਨ ਜਥੇਬੰਦੀਆਂ ਵੀ ਸੀ। 35 ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਉਹ ਤਰੀਕ ਸ਼ਾਇਦ ਉਹਨਾਂ ਨੇ 8 ਨਵੰਬਰ ਰੱਖੀ ਹੈ ਵੀ ਉਹ ਸਾਰਾ ਭਾਰਤ ਬੰਦ ਕਰਨਗੇ। ਲਾਜ਼ਮੀ ਤੌਰ ਤੇ ਹੈ, ਜੇ 8 ਸੂਬਿਆਂ ਦੀਆਂ 35 ਕਿਸਾਨ ਜਥੇਬੰਦੀਆਂ ਇਸ ਮੁੱਦੇ ਦੇ ਉੱਤੇ ਭਾਰਤ ਬੰਦ ਕਰਨ ਦਾ ਸੱਦਾ ਦੇ ਰਹੀਆਂ, ਤੇ ਫਿਰ ਜਿਹੜੀਆਂ ਬਾਕੀ ਜਥੇਬੰਦੀਆਂ ਹੋਣਗੀਆਂ, ਚਾਹੇ ਕਿਸਾਨਾਂ ਦੀਆਂ ਚਾਹੇ ਮਜ਼ਦੂਰਾਂ ਦੀਆਂ, ਜਿਹੜੀਆਂ 250 ਦੇ ਕਰੀਬ ਕਿਸਾਨ ਜਥੇਬੰਦੀਆਂ ਮਜ਼ਦੂਰਾਂ ਦੀ ਜਥੇਬੰਦੀਆਂ ਨੇ, ਜਿਹੜਾ ਬਕਾਇਦਾ ਇੱਕ ਸਾਂਝਾ ਪਲੇਟਫਾਰਮ ਨੈਸ਼ਨਲ ਲੈਵਲ ਤੇ ਬਣਾਇਆ ਹੋਇਆ, ਉਹ ਵੀ ਇਹਦੇ 'ਚ ਸ਼ਾਮਲ ਹੋਏਗਾ ਜਾਂ ਨਹੀਂ ਹੋਏਗਾ, ਉਹ ਤਾਂ ਹੁਣ ਆਪਣੀ ਮੀਟਿੰਗ ਦੇ ਵਿੱਚ ਇਹਦਾ ਫੈਸਲਾ ਕਰਨਗੇ। ਪਰ ਇਨ ਬਿਟਵੀਨ ਜਿਹੜਾ ਸੈਂਟਰਲ ਗਵਰਨਮੈਂਟ ਵੱਲੋਂ ਬਾਰ-ਬਾਰ ਇਸ ਐਜੀਟੇਸ਼ਨ ਨੂੰ ਆਪਣੇ ਤਰੀਕੇ ਦੇ ਨਾਲ ਪਹਿਲਾਂ ਸਾਬੋਟਾਜ ਕਰਨ ਦੀ ਕੋਸ਼ਿਸ਼ ਕੀਤੀ ਗਈ। ਇੱਕ ਚਿੱਠੀ ਪਹਿਲਾਂ ਭੇਜੀ ਗਈ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੂੰ ਵੀ ਤੁਸੀਂ ਸਾਡੇ ਨਾਲ ਗੱਲ ਕਰੋ, ਅਸੀਂ ਤੁਹਾਨੂੰ ਸਮਝਾਈਏ ਵੀ ਜਿਹੜੇ ਇਹ ਕਾਨੂੰਨ ਬਣੇ ਇਹ ਠੀਕ ਹੈ। ਉਹ ਤਾਂ ਜਵਾਬ ਦੇ ਦਿੱਤਾ ਸੀ ਕਿਸਾਨਾਂ ਨੇ, ਕਹਿੰਦੇ ਅਸੀਂ ਤੁਹਾਡੇ ਨਾਲ ਗੱਲ ਨਹੀਂ ਕਰਨੀ ਕਿਉਂਕਿ ਤੁਸੀਂ ਸਾਨੂੰ ਸਮਝਾਉਣਾ ਚਾਹੁੰਦੇ ਹੋ। ਇਹਦਾ ਮਤਲਬ ਅਸੀਂ ਜਿਹੜੀ ਲੜਾਈ ਲੜ ਰਹੇ ਹਾਂ ਫਜ਼ੂਲ ਦੀ ਲੜ ਰਹੇ ਹਾਂ। ਹੁਣ ਅੱਜ ਖਬਰ ਆਈ ਹੈ ਕਿ ਕੇਂਦਰ ਸਰਕਾਰ ਦਾ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਹੈ, ਉਹਦੇ ਸੈਕਟਰੀ ਨੇ, ਉਹਨੇ ਇੱਕ ਵਾਰ ਫਿਰ ਇੱਕ ਚਿੱਠੀ ਪਾਈ ਹੈ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਕਿ ਆਓ 14 ਅਕਤੂਬਰ ਨੂੰ ਆਪਾਂ ਗੱਲ ਕਰੀਏ। ਉਸ ਚਿੱਠੀ ਦੀ ਇਬਾਰਤ ਸਾਡੇ ਸਾਹਮਣੇ ਨਹੀਂ ਹੈ। ਉਸ ਚਿੱਠੀ ਦੇ ਵਿੱਚ ਗੱਲਬਾਤ ਕਰਨੀ ਹੈ ਜਾਂ ਉਹ 'ਚ ਵੀ ਇਹ ਕਹਿ ਰਹੇ ਨੇ ਵੀ ਤੁਹਾਨੂੰ ਸਮਝਾਇਆ ਜਾਏਗਾ। ਇਹ ਤਾਂ ਬਾਅਦ 'ਚ ਪਤਾ ਲੱਗੇਗਾ, ਪਰ ਕੁਝ ਕਿਸਾਨ ਜਥੇਬੰਦੀਆਂ ਨੇ ਕਹਿਤਾ ਵੀ ਅਸੀਂ ਦਿੱਲੀ ਨਹੀਂ ਆਉਂਦੇ ਤੁਹਾਡੇ ਨਾਲ ਗੱਲ ਕਰਨ ਵਾਸਤੇ, ਤੁਸੀਂ ਗੱਲ ਕਰਨੀ ਹੈ ਚੰਡੀਗੜ੍ਹ ਆਓ, ਪੰਜਾਬ ਦੇ ਵਿੱਚ ਆ ਕੇ ਸਾਡੇ ਨਾਲ ਗੱਲ ਕਰੋ। ਸੋ ਅਲਟੀਮੇਟਲੀ ਗੱਲ ਇਹ ਆ ਕਿ ਚੰਡੀਗੜ੍ਹ, ਪੰਜਾਬ, ਹਰਿਆਣਾ ਤੇ ਬਾਕੀ ਜਿਹੜੇ ਕੁਝ ਸੂਬੇ ਆਪਣੇ ਲੈਵਲ ਤੇ ਸੰਘਰਸ਼ ਕਰ ਰਹੇ ਆ, ਪਰ ਪੰਜਾਬ ਤੋਂ ਇਹਦੀ ਆਵਾਜ਼ ਸਭ ਤੋਂ ਜ਼ਿਆਦਾ ਉੱਚੀ ਹੈ, ਹਰਿਆਣੇ 'ਚੋਂ ਵੀ। ਉਹਦਾ ਕਾਰਨ ਇਹ ਹੈ ਕਿ ਪੰਜਾਬ ਤੇ ਹਰਿਆਣਾ ਜਿਹੜਾ ਆ ਦੇਸ਼ ਦਾ ਲਗਭਗ 70% ਜਿਹੜਾ ਅੰਨ ਪੈਦਾ ਕਰਦੇ ਆ। 70% ਟੋਟਲ ਜਿਹੜੀ ਸਾਡੀ ਜਿਹੜੀ ਅੰਨ ਦੀ ਜ਼ਰੂਰਤ ਹੈ, ਅਨਾਜ ਦੀ ਜ਼ਰੂਰਤ ਹੈ ਭਾਰਤ ਦੀ, ਭਾਰਤ ਦੇ 140 ਕਰੋੜ ਲੋਕਾਂ ਦੀ ਜਿਹੜੀ ਅਨਾਜ ਦੀ ਜ਼ਰੂਰਤ ਹੈ, ਉਹਦੇ 'ਚੋਂ 70% ਇਕੱਲਾ ਪੰਜਾਬ ਤੇ ਹਰਿਆਣਾ ਦਿੰਦਾ ਹੈ। ਇਸ ਕਰਕੇ ਇੱਥੇ ਲੜਾਈ ਵੀ ਤਿੱਖੇ ਰੂਪ ਦੇ ਵਿੱਚ ਹੈ। ਇਸ ਕਰਕੇ ਇਹਨਾਂ ਜ਼ਮੀਨਾਂ ਦੇ ਉੱਤੇ ਜਿਹੜੀ ਹੈ ਕਾਰਪੋਰੇਟ ਦੀ ਨਜ਼ਰ ਹੈ, ਕਿਉਂਕਿ ਇਹ ਜ਼ਮੀਨਾਂ ਬਹੁਤ ਜ਼ਿਆਦਾ ਜ਼ਰਖੇਜ਼ ਨੇ। ਮਤਲਬ ਦੁਨੀਆ ਭਰ ਦੇ ਵਿੱਚ ਦੁਨੀਆ ਭਰ ਦੀ ਸਭ ਤੋਂ ਜ਼ਿਆਦਾ ਉਪਜਾਊ ਜ਼ਮੀਨ ਕਿਹਦੀ ਆ? ਪੰਜਾਬ ਦੀ, ਹਰਿਆਣੇ ਦੀ। ਹਰਿਆਣਾ ਪੰਜਾਬ ਦਾ ਹਿੱਸਾ ਸੀ। ਮਤਲਬ ਸਾਡੇ ਇੱਥੇ ਤੁਸੀਂ ਦੇਖ ਲਓ, ਤੁਸੀਂ ਕੈਨੇਡਾ 'ਚ ਰਹਿੰਦੇ ਹੋ, ਮੈਂ ਆਇਆ ਤੁਹਾਡੇ ਕੋਲ, ਅਮਰੀਕਾ ਵੀ ਗਿਆ, ਮਤਲਬ ਅੱਧਾ ਸਾਲ ਤਾਂ ਤੁਹਾਡੇ ਬਰਫ਼ਾਂ ਪਈਆਂ ਰਹਿੰਦੀਆਂ, ਉੱਥੇ ਖੇਤੀ ਕੀ ਹੋਣੀ ਹੈ? ਜਿੰਨੀ ਕੁ ਖੇਤੀ ਹੁੰਦੀ ਹੈ, ਮੰਨ ਲਓ ਜੇ ਸਾਡੇ ਇੱਕ ਖੇਤ ਦੇ ਵਿੱਚੋਂ ਅਸੀਂ 40 ਕੁਇੰਟਲ ਕੋਈ ਜਿਣਸ ਕੱਢ ਲੈਂਦੇ ਹਾਂ, ਤੇ ਅਮਰੀਕਾ ਦੇ ਖੇਤਾਂ ਦੇ ਵਿੱਚ ਨਵੀਂ ਆਧੁਨਿਕ ਤਕਨੀਕਾਂ ਦੇ ਬਾਵਜੂਦ ਵੀ ਜਿਹੜੀ ਹੈ ਉਹ 14-15 ਕੁਇੰਟਲ ਤੋਂ ਵੱਧ ਨਹੀਂ ਨਿਕਲਦੀ। ਇਹਦਾ ਮਤਲਬ ਹੈ ਕਿ ਦੁਨੀਆ ਦੀ ਸਭ ਤੋਂ ਬਿਹਤਰੀਨ ਜ਼ਮੀਨ ਕਿਹਦੇ ਕੋਲ ਆ? ਉਹ ਪੰਜਾਬ ਦੇ ਕੋਲ ਹੈ, ਉਹ ਹਰਿਆਣੇ ਦੇ ਕੋਲ ਹੈ, ਜਾਂ ਇਸ ਖਿੱਤੇ ਦੇ ਕੋਲ ਹੈ। ਤੇ ਇਸ ਕਰਕੇ ਸਾਡੀ ਲੜਾਈ ਜ਼ਿਆਦਾ ਸਾਨੂੰ ਦਿਖਾਈ ਦੇ ਰਹੀ ਹੈ, ਕਿਉਂਕਿ ਇੱਥੇ ਬਾਜ਼ ਅੱਖ ਵੀ ਜਿਹੜੀ ਆ ਕਾਰਪੋਰੇਟਸ ਦੀ ਇਸ ਜ਼ਰਖੇਜ਼ ਜ਼ਮੀਨ ਤੇ ਹੈ। ਕਾਰਪੋਰੇਟ ਫਾਰਮਿੰਗ ਜਿਹੜੀ ਕਰਨੀ ਹੈ ਜਾਂ ਕੰਟਰੈਕਟ ਫਾਰਮਿੰਗ ਕਰਨੀ ਹੈ। ਸੋ ਇਸੇ ਕਰਕੇ ਲੜਾਈ ਵੀ ਸਾਡੀ ਜਿਹੜੀ ਹੈ ਉਹ ਜ਼ਿਆਦਾ ਮੁਖਰ ਹੈ, ਜ਼ਿਆਦਾ ਐਗਰੈਸਿਵ ਦਿਖਾਈ ਦੇ ਰਹੀ ਹੈ ਜੀ।
ਜੀ ਪ੍ਰੋਗਰਾਮ ਸਾਂਝਾ ਪੰਜਾਬ ਦੇ ਵਿੱਚ ਤੁਹਾਡੇ ਪੇਸ਼ ਕਰ ਰਹੇ ਹਾਂ ਖਬਰਾਂ ਸਵੀਟ ਮਲ ਦੇ ਸਹਿਯੋਗ ਨਾਲ। ਸਵੀਟ ਮਲ 680 ਰੈਕਸਟਲ ਤੇ ਹੈ 416 679 91 ਸੁਖਰਾਜ ਕੰਗ ਦਾ ਕਹਿਣਾ ਹੈ ਕਿ ਤੁਸੀਂ ਆਨਲਾਈਨ ਆਪਣਾ ਖਾਣਾ ਆਰਡਰ ਕਰ ਸਕਦੇ ਹੋ sweetmel.ca ਤੇ, ਜਾਂ ਤੁਸੀਂ ਫੋਨ ਕਰਕੇ ਆਪਣਾ ਖਾਣਾ ਆਰਡਰ ਕਰੋ, ਜਾ ਕੇ ਪਿਕਅਪ ਕਰ ਸਕਦੇ ਹੋ ਹੰਬਰਬੁਰ ਤੇ ਰੈਕਸਟਲ ਬਿਲਕੁਲ ਕੋਨੇ ਤੇ। ਸਵੀਟ ਮਲ 416 679 91 416 679 9191। ਇਸੇ ਤਰ੍ਹਾਂ ਹੀ ਵੀ ਸਟੀਵਨ ਫਰਨੀਚਰ ਤੋਂ ਅੱਗੇ ਜਾ ਕੇ ਜਸ ਭਾਜੀ ਹਾਰੀ ਲਾਉਣਗੇ ਕੁਝ ਫਰਨੀਚਰ ਦੀਆਂ ਆਈਟਮਾਂ ਇਸ ਲੌਂਗ ਵੀਕਐਂਡ ਦੇ ਸੇਲ 'ਤੇ ਲੱਗੀਆਂ ਨੇ। ਸਟੀਲ ਟਰਮ ਦੇ ਬਿਲਕੁਲ ਕੋਨੇ ਤੇ ਸਟੀਵਨ ਫਰਨੀਚਰ 905 790 0560। ਦਸਾਂਝ ਸਾਹਿਬ ਥੋੜ੍ਹੀ ਗੱਲਬਾਤ ਕਰੀਏ ਕਿ ਭਗਵੰਤ ਮਾਨ ਹੁਣ ਲੀਡ ਲੈਣਾ ਚਾਹੁੰਦੇ ਨੇ ਅੰਦੋਲਨ ਦੀ, ਪਰ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਤੇਰੇ ਨਾਲ ਸਾਡਾ ਕੋਈ ਵਾਹ ਵਾਸਤਾ ਬਹੁਤਾ ਨਹੀਂ ਹੈ, ਤੂੰ ਲੈ ਕੇ ਆਉਣਾ ਤਾਂ ਕੇਜਰੀਵਾਲ ਨੂੰ ਲੈ ਕੇ ਆ, ਫਿਰ ਤੇਰੇ ਨਾਲ ਅਸੀਂ ਤੁਰਾਂਗੇ। ਇਹਦੇ ਬਾਰੇ ਕੀ ਕਹਿਣਾ? ਹੈਲੋ ਦਸਾਂਝ ਸਾਹਿਬ, ਮੇਰੀ ਆਵਾਜ਼ ਆ ਰਹੀ ਤੁਹਾਨੂੰ? ਜੀ ਹਾਂ, ਪੂਰਨ ਸਾਂਝਾ ਪੰਜਾਬ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ। ਸੁਸ਼ੀਲ ਦਸਾਂਝ ਉਹਨਾਂ ਦੇ ਚੰਡੀਗੜ੍ਹ ਤੋਂ ਲਾਈਵ ਪੇਸ਼ ਕਰ ਰਹੇ ਹਾਂ। ਤੇ ਜੇ ਅਗਰ ਸਾਡੀ ਆਵਾਜ਼ ਅਜੇ ਤੱਕ ਨਹੀਂ ਉਹਨਾਂ ਨੂੰ ਆ ਰਹੀ ਤਾਂ ਦੁਬਾਰਾ ਡਿਸਕਨੈਕਟ ਕਰਕੇ ਫਿਰ ਦੁਬਾਰਾ ਲਈ ਜਾਵੇ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਵਾਪਸ ਆਉਂਦੇ ਪ੍ਰੋਗਰਾਮ ਸਾਂਝਾ ਪੰਜਾਬ ਲੈ ਕੇ ਗੱਲਬਾਤ ਕਰਾਂਗੇ ਅਸੀਂ ਸੁਸ਼ੀਲ ਦਸਾਂਝ ਸਾਹਿਬ ਦੇ ਨਾਲ। ਆਪਣੇ ਕਾਰੀਗਰ ਤੇ ਆਪਣੇ ਹੀ ਟੇਲਰ ਹਨ। ਇੱਕ ਚੱਕਰ ਜ਼ਰੂਰ ਰਾਣੋ ਬੁਟੀਕ ਦੇ ਉੱਤੇ ਲਗਾਓ। ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਕਿ ਤੁਹਾਡੀ ਕਲੈਕਸ਼ਨ ਰਾਣੋ ਬੁਟੀਕ ਤੇ ਜ਼ਰੂਰ ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਪ੍ਰੋਗਰਾਮ ਸਾਂਝਾ ਪੰਜਾਬ ਦੇ ਵਿੱਚ ਅਸੀਂ ਖਬਰਾਂ ਤੁਹਾਡੇ ਪੇਸ਼ ਕਰ ਰਹੇ ਹਾਂ। ਖਬਰਾਂ ਦੇ ਵਿੱਚ ਸਾਨੂੰ ਹਮੇਸ਼ਾ ਹੀ ਤਰ੍ਹਾਂ ਸਹਿਯੋਗ ਦਿੰਦੇ ਨੇ ਗਿਲ ਸਵੀਟ ਐਂਡ ਸਮੋਸਾ ਫੈਕਟਰੀ, ਜੋ ਕਿ 2131 ਬਿਲੀਅਨ ਪਾਰਕ ਤੇ 905 799 2616। ਅਸੀਂ ਗੱਲ ਦਸਾਂਝ ਸਾਹਿਬ, ਮੇਰੀ ਗੱਲ ਇਹ ਕਰ ਰਿਹਾ ਸੀ ਕਿ ਭਗਵੰਤ ਮਾਨ ਹੁਣ ਕਿਸਾਨ ਅੰਦੋਲਨ ਦਾ ਲੀਡ ਲੈਣਾ ਚਾਹੁੰਦੇ ਨੇ, ਪਰ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਭਗਵੰਤ ਮਾਨ ਜੇ ਸਾਡੀ ਲੀਡ ਲੈਣੀ ਹੈ ਤਾਂ ਫਿਰ ਆਪਣੇ ਲੀਡਰ ਕੇਜਰੀਵਾਲ ਨੂੰ ਲੈ ਕੇ ਆ, ਫਿਰ ਅਸੀਂ ਤੇਰੇ ਨਾਲ ਤੁਰਾਂਗੇ। ਇਹਦੇ ਬਾਰੇ ਕੀ ਕਹਿਣਾ ਤੁਹਾਡਾ? ਪਹਿਲੀ ਗੱਲ ਤਾਂ ਇਹ ਆ ਕਿ ਕਿਸਾਨ ਜਿਹੜੀ ਐਜੀਟੇਸ਼ਨ ਲੜ ਰਹੇ ਨੇ, ਇਹਦੇ 'ਚ ਬੜੀ ਸਪਸ਼ਟ ਜਿਹੀ ਗੱਲ ਹੈ। 18 ਦਿਨ ਹੋ ਗਏ ਨੇ ਕਿਸਾਨਾਂ ਨੂੰ ਸੜਕਾਂ ਤੇ, ਤੇ ਇਹਨਾਂ 18 ਦਿਨਾਂ ਦੇ ਵਿੱਚ ਇੱਕ ਗੱਲ ਬੜੀ ਸਪਸ਼ਟ ਹੋ ਗਈ ਵੀ ਕਿਸਾਨ ਜਥੇਬੰਦੀਆਂ ਨੇ ਜਿੰਨੇ ਵੀ ਲੋਕ ਉਹਨਾਂ ਦੇ ਕੋਲ ਬਾਹਰੋਂ ਆਏ ਨੇ, ਚਾਹੇ ਉਹ ਗਾਇਕ ਕਲਾਕਾਰ ਆਏ ਨੇ, ਉਹਨਾਂ ਨਾਲ ਠੀਕ ਹੈ ਸਾਂਝ ਤਾਂ ਪਾਈ ਹੈ, ਇਹ ਵੀ ਕਿਹਾ ਕਿ ਚਲੋ ਠੀਕ ਆ ਆਪਾਂ ਇੱਕ ਸਾਂਝੀ ਲੜਾਈ ਲੜਦੇ ਹਾਂ, ਪਰ ਲੀਡ ਜਿਹੜੀ ਹੈ ਉਹ ਕਿਸਾਨਾਂ ਦੀ ਲੀਡਰਸ਼ਿਪ ਨੇ ਆਪਣੇ ਹੱਥ 'ਚ ਰੱਖੀ ਹੈ, ਜਿਹੜੀ ਇੱਕ ਚੰਗੀ ਗੱਲ ਹੈ। ਤੇ ਦੂਜੀ ਗੱਲ, ਬੜਾ ਸਹੀ ਡਾਇਰੈਕਸ਼ਨ ਦੇ ਵਿੱਚ ਇਹ ਲੜਾਈ ਜਾ ਰਹੀ ਹੈ। ਇਸੇ ਕਰਕੇ ਜਦੋਂ ਭਗਵੰਤ ਮਾਨ ਜਾਂ ਸੁਖਬੀਰ ਬਾਦਲ ਜਾਂ ਰਾਹੁਲ ਗਾਂਧੀ ਇਸ ਐਜੀਟੇਸ਼ਨ ਦੇ ਵਿੱਚ ਸਾਨੂੰ ਦਿਖਾਈ ਦੇ ਰਹੇ ਹੈ, ਜੋ ਰਾਹੁਲ ਗਾਂਧੀ ਵੀ ਟਰੈਕਟਰ ਮਾਰਚ ਕਰਦੇ ਹੈ, ਜਦੋਂ ਮਜਬੂਰੀ ਦੇ ਵਿੱਚ ਸੁਖਬੀਰ ਬਾਦਲ ਵੀ ਬੋਲਦੇ ਆ, ਜਦੋਂ ਸੁਖਬੀਰ ਬਾਦਲ ਦੀ ਜੀਵਨ ਸਾਥਣ ਬੀਬਾ ਹਰਸਿਮਰਤ ਕੌਰ ਬਾਦਲ ਰਿਜ਼ਾਈਨ ਵੀ ਕਰ ਦਿੰਦੇ ਆ, ਮਿਨਿਸਟਰੀ ਨੂੰ ਛੱਡ ਦਿੰਦੇ ਆ, ਤੇ ਸੁਖਬੀਰ ਬਾਦਲ ਹੋਰੀ ਆਪਣੀ ਪਾਰਟੀ ਨੂੰ ਐਨਡੀਏ ਤੋਂ ਬਾਹਰ ਵੀ ਲੈ ਆਉਂਦੇ ਆ, ਉਹਦੇ ਬਾਵਜੂਦ ਵੀ ਜਿਹੜੀ ਕਿਸਾਨੀ ਲੜ ਰਹੀ ਹੈ ਉਹਦੀ ਲੀਡਰਸ਼ਿਪ ਨੇ ਇਹਨਾਂ ਨੂੰ ਆਪਣੇ ਨੇੜੇ ਨਹੀਂ ਲੱਗਣ ਦਿੱਤਾ। ਇਹ ਕਹਿ ਕੇ ਵੀ ਤੁਹਾਡੀ ਲੜਾਈ ਇੱਕ ਪੋਲੀਟੀਕਲ ਹੈ ਤੇ ਤੁਸੀਂ ਆਪਣੀ ਪੋਲੀਟੀਕਲ ਲੜਾਈ ਲੜੋ, ਸਾਡੀ ਲੜਾਈ ਤਾਂ ਸਾਡੀ ਹੋਂਦ ਦੀ ਲੜਾਈ ਆ, ਅਸੀਂ ਆਪਣੀ ਲੜਾਈ ਤੁਹਾਡੇ ਹੱਥਾਂ 'ਚ ਨਹੀਂ ਦੇਣੀ। ਜਦ ਕਿ ਕੋਸ਼ਿਸ਼ ਇਹਨਾਂ ਸਾਰੀਆਂ ਧਿਰਾਂ ਦੀ ਹੈ ਵੀ ਇਸ ਲੜਾਈ ਦੀ ਲੀਡ ਆਪਣੇ ਹੱਥ 'ਚ ਲੈ ਲਈ ਜਾਏ। ਕਿਤੇ ਨਾ ਕਿਤੇ ਕਿਸਾਨ ਜਿਹੜੇ ਆ ਉਹਨਾਂ ਕੋਲ ਇੱਕ ਬਹੁਤ ਵੱਡਾ ਵੋਟ ਬੈਂਕ ਹੈ। ਅੱਜ ਵੀ ਪੰਜਾਬ ਜਿਹੜਾ ਆ ਉਹ ਕਿਸਾਨੀ ਦੀ ਸਿਰ 'ਤੇ ਜਿਉਂਦਾ ਹੈ। ਅੱਜ ਵੀ ਪੰਜਾਬ 'ਚ 65-60%, 60 ਤੋਂ 70% ਦੇ ਵਿੱਚ ਜਿਹੜੀ ਹੈ ਸਾਡਾ ਸਾਰਾ ਕੁਝ ਇਸ ਜਿਹੜਾ ਪੇਸ਼ਾ ਆ ਸਾਡਾ ਕਿਸਾਨੀ ਦਾ, ਉਹਦੇ 'ਤੇ ਮੁਨਸਰ ਕਰਦਾ ਹੈ। ਪਰ ਕਿਸਾਨਾਂ ਦੀ ਲੀਡਰਸ਼ਿਪ ਨੇ ਇਹਨਾਂ ਨੂੰ ਅਲਾਓ ਨਹੀਂ ਕੀਤਾ। ਜਿੱਥੋਂ ਤੱਕ ਭਗਵੰਤ ਮਾਨ ਦਾ ਮਸਲਾ ਹੈ, ਭਗਵੰਤ ਮਾਨ ਬੜੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸੇ ਤਰੀਕੇ ਦੇ ਨਾਲ ਇਸ ਐਜੀਟੇਸ਼ਨ ਦੇ ਵਿੱਚ ਸ਼ਾਮਲ ਹੋ ਕੇ ਐਡਾ ਵੱਡਾ, ਕਿਉਂਕਿ ਇੱਕ ਪੂਰੇ ਦਾ ਪੂਰਾ ਸਾਰਾ ਪੰਜਾਬ ਜਿਹੜਾ ਹੈ ਇਸ ਐਜੀਟੇਸ਼ਨ ਸ਼ਾਮਲ ਹੈ, ਐਡਾ ਵੱਡਾ ਉਹਨੂੰ ਪੰਡਾਲ ਮਿਲਣਾ ਆ ਜਾਂ ਸਾਰਾ ਪੰਜਾਬ ਮਿਲ ਜਾਣਾ ਹੈ ਵੀ ਉੱਥੇ ਇੱਕ ਦਾ ਲੈਕਚਰ ਇਸ ਢੰਗ ਨਾਲ ਹੋ ਜਾਏ ਬਈ ਬੱਲੇ ਬੱਲੇ ਆਮ ਆਦਮੀ ਪਾਰਟੀ ਦੀ ਹੋ ਜਾਏ, ਜਾਂ ਭਗਵੰਤ ਮਾਨ ਜਿਹੜਿਆਂ ਦੇ ਅੱਖਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਹਮੇਸ਼ਾ ਜਿਹੜੀ ਤੈਰਦੀ ਰਹਿੰਦੀ ਹੈ ਵੀ ਉਸ ਪਾਸੇ ਵੱਲ ਨੂੰ ਮੇਰਾ ਇੱਕ ਕਦਮ ਹੋਰ ਵੱਧ ਜਾਏ। ਪਰ ਕਿਸਾਨਾਂ ਦੀ ਲੀਡਰਸ਼ਿਪ ਇਸ ਮਾਮਲੇ 'ਚ ਕਾਫੀ ਜ਼ਿਆਦਾ ਸਿਆਣੀ ਹੈ। ਦੂਜੀ ਗੱਲ ਜਿਹੜੀ ਤੁਸੀਂ ਅਰਵਿੰਦ ਕੇਜਰੀਵਾਲ ਦੀ ਗੱਲ ਕਹੀ ਹੈ, ਤੇ ਮੈਂ ਦੱਸਦਾ ਵੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਹੁਣ ਇਹ ਨਹੀਂ ਹੈ ਕਿ ਆਮ ਆਦਮੀ ਪਾਰਟੀ ਕੋਈ ਵੱਖਰੀ ਤਰ੍ਹਾਂ ਦਾ ਜਿਹੜਾ ਕਰੈਕਟਰ ਜਿਹੜਾ ਆਮ ਆਦਮੀ ਪਾਰਟੀ ਦਾ ਬਣ ਗਿਆ
ਕਾਂਗਰਸ ਪਾਰਟੀ ਜਾਂ ਬੀਜੇਪੀ ਜਾਂ ਅਕਾਲੀ ਦਲ ਤੋਂ। ਆਮ ਆਦਮੀ ਪਾਰਟੀ ਦਾ ਕਰੈਕਟਰ ਵੀ ਲਗਭਗ ਉਹੀ ਹੈ ਕਿ ਇੱਕ ਬੰਦਾ ਹੀ ਪਾਰਟੀ ਹੈ। ਜੇ ਪੰਜਾਬ ਦੇ ਵਿੱਚ ਇੱਕੋ ਬੰਦਾ ਭਗਵੰਤ ਮਾਨ ਹੈ ਉਹਨਾਂ ਦੇ ਕੋਲ, ਤੇ ਨੈਸ਼ਨਲ ਲੈਵਲ ਤੇ ਜਾਂ ਦਿੱਲੀ 'ਚ ਕਹਿ ਲਓ ਉਹ ਇਕੱਲਾ ਕੇਜਰੀਵਾਲ ਹੀ ਹੈ। ਕੇਜਰੀਵਾਲ ਜੋ ਕਹਿ ਦਿੰਦੇ ਆ ਉਹ ਆਮ ਆਦਮੀ ਪਾਰਟੀ ਦਾ ਇੱਕ ਕਿਸਮ ਦਾ ਹੁਕਮਨਾਮਾ ਹੋ ਜਾਂਦਾ ਹੈ। ਸੋ ਕੇਜਰੀਵਾਲ ਨੇ ਪਿਛਲੇ ਲੰਮੇ ਸਮੇਂ ਤੋਂ ਉਹਨੇ ਜਿਹੜੇ ਸਟੈਂਡ ਲਏ ਨੇ ਉਹ ਕਿਤੇ ਨਾ ਕਿਤੇ ਉਹਦੇ 'ਚੋਂ ਪੰਜਾਬ ਦਾ ਵਿਰੋਧ ਝਲਕਦਾ ਹੈ। ਪੰਜਾਬ ਦੇ ਮੁੱਦਿਆਂ ਤੇ ਅਰਵਿੰਦ ਕੇਜਰੀਵਾਲ ਨੇ ਸਪਸ਼ਟ ਕੋਈ ਸਟੈਂਡ ਲਿਆ ਹੀ ਨਹੀਂ। ਜੇ ਪੰਜਾਬ ਦੇ ਮੁੱਦਿਆਂ ਤੇ ਅਰਵਿੰਦ ਕੇਜਰੀਵਾਲ ਨੇ ਸਪਸ਼ਟ ਸਟੈਂਡ ਲਿਆ ਹੁੰਦਾ ਤਾਂ ਸ਼ਾਇਦ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੀ। ਪੰਜਾਬ ਦੇ ਮੁੱਦਿਆਂ ਤੇ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਵੱਲੋਂ ਕਦੇ ਕੀ ਸਪਸ਼ਟ ਸਟੈਂਡ ਨਹੀਂ ਲਿਆ ਗਿਆ। ਭਗਵੰਤ ਮਾਨ ਦੀ ਮਜਬੂਰੀ ਹੈ ਕਿਉਂਕਿ ਉਹ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਨੇ, ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ, ਇਸ ਕਰਕੇ ਉਹਨਾਂ ਨੂੰ ਪਾਰਲੀਮੈਂਟ 'ਚ ਵੀ ਬੋਲਣਾ ਪੈਂਦਾ। ਇਸ ਕਰਕੇ ਉਹ ਸਾਨੂੰ ਇੱਥੇ ਕਿਤੇ ਨਾ ਕਿਤੇ ਲੋਕਾਂ 'ਚ ਵਿਚਰਦੇ ਵੀ ਦਿਖਾਈ ਦਿੰਦੇ ਆ। ਪਰ ਕਿਉਂਕਿ ਨੈਸ਼ਨਲ ਲੈਵਲ ਦੇ ਉੱਤੇ ਉਹਨਾਂ ਦੀ ਜਿਹੜੀ ਪਾਲਿਸੀ ਆ ਪਾਰਟੀ ਦੀ, ਉਹ ਪੰਜਾਬ ਦੇ ਪੱਖ 'ਚ ਨਹੀਂ ਹੈ। ਈਵਨ ਉਹ ਕਿਸੇ ਵੀ ਸੂਬੇ ਦੇ ਪੱਖ 'ਚ ਨਹੀਂ ਹੈ। ਲਗਭਗ ਉਸੇ ਕਿਸਮ ਦੀ ਜਿਹੜੀ ਸੈਂਟਰ ਦੇ ਕੋਲ ਸਾਰੀਆਂ ਤਾਕਤਾਂ ਰੱਖਣ ਦੀ ਜਿਹੜੀ ਇੱਕ ਪੂਰੀ ਨੀਤੀ ਹੁੰਦੀ ਹੈ, ਉਸ ਨੀਤੀ ਦੇ ਪ੍ਰਸ਼ੰਸਕ ਨੇ ਅਰਵਿੰਦ ਕੇਜਰੀਵਾਲ। ਇਸ ਕਰਕੇ ਆਰਐਸਐਸ ਦੇ ਖਿਲਾਫ ਉਸ ਲੈਵਲ ਤੇ ਉਹ ਨਹੀਂ ਜਾਂਦੇ। ਇਸੇ ਕਰਕੇ ਉਹ ਅੱਜ ਨਰਿੰਦਰ ਮੋਦੀ ਦੇ ਖਿਲਾਫ ਉੱਦਾਂ ਦੀਆਂ ਗੱਲਾਂ ਨਹੀਂ ਕਰਦੇ ਜਿੱਦਾਂ ਪਹਿਲਾਂ ਕਰਦੇ ਸੀ ਜੀ। ਇਸੇ ਕਰਕੇ ਉਹ ਮੁਆਫੀਨਾਮੇ ਤੱਕ ਵੀ ਚਲੇ ਗਏ ਸੀ ਅਰੁਣ ਜੇਟਲੀ ਦੇ ਮਾਮਲੇ ਦੇ ਵਿੱਚ ਆਪਾਂ ਦੇਖਿਆ। ਇਸੇ ਕਰਕੇ ਜਿਹੜਾ ਨਾਗਰਿਕਤਾ ਸੋਧ ਕਾਨੂੰਨ ਦਾ ਮੁੱਦਾ ਸੀ, ਜਦੋਂ ਸ਼ਾਹੀਨ ਬਾਗ ਜਿਹੜਾ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਹੋਇਆ ਸੀ, ਅਰਵਿੰਦ ਕੇਜਰੀਵਾਲ ਦਾ ਸਟੈਂਡ ਸਪਸ਼ਟ ਹੋਇਆ ਹੀ ਨਹੀਂ ਬਿਲਕੁਲ ਵੀ। ਸੋ ਕਿਸਾਨਾਂ ਦੀ ਲੀਡਰਸ਼ਿਪ ਦਾ ਇਹ ਕਹਿਣਾ ਅਸਲ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੀ ਜਿਹੜੀ ਪਾਲਿਸੀ ਰਹੀ ਆ ਪੰਜਾਬ ਵਿਰੋਧੀ, ਉਹਦੇ ਉੱਤੇ ਅਟੈਕ ਆ। ਲਿਆਓ ਜਰਾ ਇੱਕ ਵਾਰੀ ਸਾਹਮਣੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ, ਦੇਖੀਏ ਉਹ ਭਾਰਤ ਕੱਲੀ ਪੰਜਾਬ ਨਹੀਂ, ਉਹ ਭਾਰਤ ਦੀ ਕਿਸਾਨੀ ਦੀ ਆਪਣੀ ਲੜਾਈ ਨੂੰ ਕਿੱਦਾਂ ਅੰਜਾਮ ਦਿੰਦੇ ਆ। ਫਿਰ ਗੱਲ ਕਰਾਂਗੇ। ਸੋ ਮੈਨੂੰ ਨਹੀਂ ਲੱਗਦਾ ਕਿ ਕੱਲ੍ਹ ਅਰਵਿੰਦ ਕੇਜਰੀਵਾਲ ਵੀ ਆ ਜਾਣ ਤਾਂ ਕਿਸਾਨਾਂ ਦੀ ਲੀਡਰਸ਼ਿਪ ਉਹਨਾਂ ਨੂੰ ਵੀ ਅਲਾਉ ਕਰੇਗੀ ਵੀ ਸਾਡਾ ਜਿਹੜਾ ਬਣਿਆ ਪੰਡਾਲ ਜਾ ਕੇ ਤੁਸੀਂ ਆਪਣੀ ਬੱਲੇ ਲੈ ਜਾਓ। ਸੋ ਅੱਜ ਕਿਸਾਨਾਂ ਦੀ ਲੀਡਰਸ਼ਿਪ ਜਿਹੜੀ ਆ ਕਾਫੀ ਪੜ੍ਹੀ ਲਿਖੀ ਹੈ ਜੀ। ਕਾਫੀ ਇਕੱਲੇ ਕਿਸਾਨ ਖੇਤਾਂ 'ਚ ਕੰਮ ਕਰਨ ਵਾਲੇ ਨਹੀਂ ਹੈ ਜਿਹੜੇ ਲੀਡ ਕਰ ਰਹੇ ਆ। ਉਹਦੇ 'ਚ ਬਹੁਤ ਸਾਰੇ ਜਿਹੜੇ ਬੁੱਧੀਜੀਵੀ ਲੋਕ ਵੀ ਹੈ, ਉਹਦੇ 'ਚ ਬਹੁਤ ਸਾਰੇ ਟੀਚਰ ਹੈ ਜਿਹੜੇ ਰਿਟਾਇਰ ਹੋਏ ਆ ਤੇ ਕਿਸਾਨੀ ਦਾ ਧੰਦਾ ਕਰਦੇ ਆ, ਪੇਸ਼ਾ ਕਰਦੇ ਆ, ਉਹ ਲੀਡ ਕਰ ਰਹੇ ਆ ਸਾਰੀ ਐਜੂਕੇਸ਼ਨ ਨੂੰ। ਇਸ ਕਰਕੇ ਉਹਨਾਂ ਨੂੰ ਬੇਵਕੂਫ ਨਹੀਂ ਸਮਝਿਆ ਜਾਣਾ ਚਾਹੀਦਾ ਜੀ। ਜ਼ਹਾਂ ਸਾਹਿਬ ਤੁਹਾਡਾ ਬਹੁਤ ਧੰਨਵਾਦ। ਅਗਲੇ ਸੈਚਰਡੇ ਆਪਣੀ ਫਿਰ ਗੱਲਬਾਤ ਹੋਏਗੀ। ਥੈਂਕ ਯੂ ਸੋ ਮਚ, ਤੁਸੀਂ ਸਾਡੇ ਵਾਸਤੇ ਆਪਣਾ ਕੀਮਤੀ ਸਮਾਂ ਕੱਢ ਦਿਓ। ਤੁਹਾਡਾ ਬਹੁਤ ਧੰਨਵਾਦ। ਮਿਹਰਬਾਨੀ ਜੀ, ਸ਼ੁਕਰੀਆ।